खालसा वाहिगुरू जी की फतेह। हरियावल टीवी नडाला नाल जुड़े सारे भैन भरावां नूं प्यार भरी सत श्री अकाल जी। जो अज तुहाडे नाल आपां गल करन जा रहे हैं, दो महान शख्सियतां ने जिन्हां दे नाल आपां गल करनी है। धन धन बाबा वीर सिंह जी शहीद, नौरंगाबादी गुरमत प्रचार दी वैलफेयर सोसाइटी ऑल इंडिया हैड आफिस आटा ਚੱਕੀ ਠੱਠੀਆਂ खुरद ਵੱਲੋਂ ਸਮੂਹ ਸਾਧ ਸੰਗਤ ਦੀ ਸੇਵਾ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਜਿਵੇਂ ਕਿ ਬਾਬਾ ਜੀ ਨੇ ਦੱਸਿਆ ਸਾਨੂੰ ਕਿ ਉਹ ਜਿੱਥੇ ਗੁਰਮਤ ਦਾ ਪ੍ਰਚਾਰ ਕਰਦੇ ਨੇ, ਪਿੰਡ ਪਿੰਡ ਜਾ ਕੇ, ਦੂਰ ਦੂਰ ਜਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਨੇ, ਗੁਰਮਤ ਲਿਟਰੇਚਰ ਨਾਲ ਜੋੜਦੇ ਨੇ, ਦੀਨ ਦੁਖੀਆਂ ਦੀ ਮਦਦ ਵਾਸਤੇ ਉਪਰਾਲੇ ਕਰਦੇ ਨੇ। ਉੱਥੇ ਹਰਿਆਵਲ ਨੂੰ ਵਾਤਾਵਰਨ ਨੂੰ ਸੰਭਾਲਣ ਵਾਸਤੇ ਵੀ ਉਹ ਬੜੇ ਯਤਨ ਕਰਦੇ ਨੇ ਔਰ ਸੰਗਤਾਂ ਨੂੰ ਅਕਸਰ ਪ੍ਰੇਰਨਾ ਦਿੰਦੇ ਨੇ। ਸੋ ਆਪਾਂ ਗੱਲ ਕਰਾਂਗੇ ਬਾਬਾ ਜੀ ਦੇ ਨਾਲ। ਸੋ ਆਪਾਂ ਗੱਲ ਕਰਾਂਗੇ ਸਵਹੀਰ ਦੇ ਮੁਖੀ ਬਾਬਾ ਹਰਜਿੰਦਰ ਸਿੰਘ ਜੀ, ਆਪਣੇ ਚਲੋ ਜੀ ਸੌਰੀ ਸਤਿਕਾਰਯੋਗ ਕਰਮਜੀਤ ਸਿੰਘ ਔਰ ਉਹਨਾਂ ਦੇ ਸਾਥੀ ਨੇ ਬਾਬਾ ਜੀ ਸਰਦਾਰ ਭਾਈ ਹਰਜਿੰਦਰ ਸਿੰਘ ਜੀ। ਆਪਾਂ ਗੱਲ ਕਰਦੇ ਬਾਬਾ ਜੀ ਨਾਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਦਰਸ਼ਨ ਹੋਏ ਨੇ ਸਾਡੀ ਵਾਤਾਵਰਨ ਸੇਵਾ ਸੁਸਾਇਟੀ ਇੱਥੇ ਜੋ ਪਾਵਨ ਸਥਾਨ ਛੇਵੇਂ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਬੌਲੀ ਸਾਹਿਬ, ਉਸ ਗੇਟ 'ਤੇ ਸਾਡੇ ਸੇਵਾਦਾਰ, ਸਾਡੇ ਪ੍ਰੇਮੀ ਭਾਈ ਪੰਡਿਤ ਗੋਪੀ ਰਾਮ ਜੀ ਬਹੁਤ ਸਾਡੇ ਪਿਆਰੇ ਸੇਵਾਦਾਰ ਨੇ। ਉਹਨਾਂ ਨੇ ਤੁਹਾਡੇ ਨਾਲ ਮਿਲਾਪ ਕਰਵਾਇਆ, ਦੱਸਿਆ ਕਿ ਬਾਬਾ ਜੀ ਆਏ ਨੇ ਇਸ ਮਕਸਦ ਵਾਸਤੇ। ਸੋ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਬਾਬਾ ਜੀ ਕਿੱਦਾਂ ਦਾ ਕੀ ਮਿਸ਼ਨ ਤੁਹਾਡਾ ਲੈ ਕੇ ਚੱਲ ਰਹੇ ਹੋ? ਇਹ ਜ਼ਿੰਦਗੀ ਦਾ ਜੋ ਵੀ ਸਿਧਾਂਤ ਹੈ ਜੀ ਪਿਆਰੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਗੁਰਬਾਣੀ ਦਾ ਜੋ ਸਿਧਾਂਤ ਆ, ਪਹਿਲਾਂ ਸਾਡੇ ਜਿਹੜੇ ਸੰਸਕਾਰ ਹੈ ਨਾਲੋਂ ਧਾਰਮਿਕ ਹੋਣੇ। ਆਪਾਂ ਇਹਨਾਂ ਸਥਾਨਾਂ ਦੇ ਉੱਪਰ ਜੋ ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹੀ ਛੇਵੀਂ, ਇਹ ਨਗਰ ਪਿੰਡ ਨਡਾਲਾ, ਜੋ ਇੱਥੇ ਕਿਉਂਕਿ ਰਾਤ ਦਾ ਵਿਸਰਾਮ ਕਰ ਰਹੇ ਸੀ, ਜਿਹਦੇ ਵਿੱਚ ਇਹਨਾਂ ਗੁਰਮੁਖਾਂ ਦੇ ਨਾਲ ਜੋ ਹਰਿਆਵਲ ਦੇ ਉੱਪਰ ਨਾਲੇ ਇੱਕ ਵੈਲਫੇਅਰ ਸੁਸਾਇਟੀ ਜਿਹੜੀ ਹੈ, ਇਹ ਵੀ ਸੇਵਾਵਾਂ ਗੁਰਮੁਖ ਕਿਉਂਕਿ ਨਾਲ ਨਾਲ ਸੰਗਤ ਰੂਪ ਦੇ ਵਿੱਚ ਨਾਲ ਇਹ ਸੇਵਾਵਾਂ ਨਿਭਾ ਰਹੇ ਆ। ਜਿਹਦੇ ਵਿੱਚੋਂ ਸਾਡੇ ਵਿੱਚ ਜਿਹੜਾ ਸੀ 2002 ਤੋਂ ਲੈ ਕੇ ਅਸੀਂ 10 ਨੂੰ ਦਮਦਮੀ ਟਕਸਾਲ ਦੇ ਵਿੱਚੋਂ ਵਿੱਦਿਆ ਪ੍ਰਾਪਤ ਜਿੰਨੇ ਵੀ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ, ਗੁਰਬਾਣੀ ਤਾਂ ਗਾਦ ਗੋਦ ਹੈ ਅਤੇ ਜਿੰਨੇ ਵੀ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਬਾਕੀ 2002 ਤੋਂ ਅਸੀਂ ਬਾਬਾ ਵੀਰ ਸਿੰਘ ਜੀ ਦੇ ਨਾਂ ਦੇ ਉੱਪਰ ਜਿਹੜੀਆਂ ਸੇਵਾਵਾਂ ਹੈ ਸਮਾਜ ਭਲਾਈ ਦੀਆਂ, ਕਿਉਂਕਿ ਦਾਸ ਨੂੰ ਕੋਈ 32-33 ਸਾਲ ਦੇ ਸਮੇਂ ਦੇ ਵਿੱਚ ਵਿਚਰਦਿਆਂ ਟਕਸਾਲੀ ਦਰ ਦੇ ਅਸੀਂ ਦੇਖਿਆ, ਕਿਉਂਕਿ ਪਿੰਡਾਂ ਦੇ ਵਿੱਚ ਜੋ ਗੁਰਦੁਆਰੇ ਸਾਹਿਬਾਂ ਦੇ ਵਿੱਚ ਸੁਲਝੇ ਨਾਲ ਗ੍ਰੰਥੀ ਸਿੰਘ ਮਹਾਰਾਜ ਦੇ ਵਜ਼ੀਰ ਅਤੇ ਜੋ ਮਾਇਆ ਦੇ ਪੱਖੋਂ ਨਹੀਂ ਮਾਇਆ ਇਕੱਠੀ ਹੋ ਜਾਂਦੀ, ਸੰਗਤ ਬੜੀ ਚੜ੍ਹਦੀ ਕਲਾ ਹੁੰਦੀ, ਕੋਈ ਉਪਰਾਲਾ ਆਰੰਭ ਕਰ ਲਓ। ਉਹਦੇ ਨਾਲ ਸਾਡੇ ਕੁਦਰਤ ਵੱਲੋਂ ਜਿਹੜਾ ਸੀਗਾ, ਕਿਉਂਕਿ ਗੁਰੂ ਬਾਣੀ ਦਾ ਫਰਮਾਨ ਹੈ, ਇਸ ਭਵਜਲ ਸੰਸਾਰ ਦੇ ਸਫ਼ਰ ਦੇ ਵਿੱਚ ਕੁਦਰਤ ਨੇਕੀਆਂ ਕੁਦਰਤ ਬਦੀਆਂ। ਅਸੀਂ 2002 ਤੋਂ ਲੈ ਕੇ ਜਿਹੜਾ ਵਿਸ਼ਾ ਸੀਗਾ ਦਮਦਮੀ ਟਕਸਾਲ 'ਤੇ ਉਸ ਸਮੇਂ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਬਾਬਾ ਠਾਕੁਰ ਸਿੰਘ ਜੀ ਹੋਣੀ, ਕਿਉਂਕਿ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾਵਾਂ ਕਰਨ ਦਾ, ਬਾਅਦ ਦੇ ਵਿੱਚ ਬਾਬਾ ਹਰਨਾਮ ਸਿੰਘ ਜੀ, ਕਿਉਂਕਿ ਬੇਨਤੀ ਕੀਤੀ ਭਾਈ ਆਪਾਂ ਨੂੰ ਵਿਚਰ ਕੇ ਜਿਹੜੀ ਸੇਵਾ ਪ੍ਰਚਾਰ ਦੀ ਜਿਹੜੀ ਡਿਊਟੀ ਹੈ ਨਾਲ ਇਹ ਨਿਭਾਉਣੀ ਚਾਹੀਦੀ ਹੈ। ਜਿਵੇਂ ਜਿਵੇਂ ਨਾਲ ਨਾਲ ਉਹ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ ਸੇਵਾਵਾਂ ਬਖਸ਼ਿਸ਼ ਕੀਤੀਆਂ। ਪਹਿਲਾਂ ਆਪਾਂ ਗੁਰੂ ਦੀ ਜਿਹੜੀ ਸਾਡਾ ਜੋ ਨਿਯਮ ਹੈ, ਜੋ ਸਿਧਾਂਤ ਹੈ, ਇੱਕ ਨਾ ਫਤਿਹ ਸੰਗਤ ਦੇ ਵਿੱਚ ਬੁਲਾਈਏ। ਇਹ ਗੁਰਮੁਖ ਜਿੰਨੀ ਵੀ ਸੰਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿੰਨੀਆਂ ਸੇਵਾਵਾਂ ਸੀਗੀਆਂ, ਫਿਰ ਜਿਸ ਤਰ੍ਹਾਂ ਉਹ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਨਗਰਾਂ ਦੇ ਵਿੱਚ ਤੋਰਿਆ, ਇੱਕ ਦੇਹੀ ਰੂਪੀ ਸਰੀਰ ਰੂਪੀ ਗੱਡੀ ਸੀ। ਅਸੀਂ ਪੈਦਲ ਇਹ ਜਿਹੜਾ ਸੀ ਸਮਾਂ ਜਿਹੜਾ ਸੀ ਸਾਈਕਲ ਦੇ ਉੱਪਰ ਪ੍ਰਾਰੰਭ ਕੀਤਾ। ਦੱਸਦਾ ਬਚਪਨ ਤੋਂ ਲੈ ਕੇ ਇਹ ਚੀਜ਼ ਹੈ, ਕਿਉਂਕਿ ਉਹ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਫੁਰਨਾ ਮੰਨਦਾ ਹੁੰਦਾ। ਉਹ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਸਿਮਰਨ ਦੇ ਵਿੱਚੋਂ ਸੰਗਤਾਂ ਦੇ ਵਿੱਚ ਕਿਉਂਕਿ ਵਸ ਕੇ ਉਹ ਸਭ ਕੁਝ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਕਰਤਾ। ਜਦੋਂ ਅਸੀਂ 2002 ਤੋਂ ਲੈ ਕੇ ਪਿੰਡਾਂ ਦੇ ਵਿੱਚ ਅਸੀਂ ਵਿਚਰੇ, ਇੱਧਰ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਤਰਸਿੱਕਾ ਨਗਰ ਹੈ, ਉੱਥੇ ਮਹਾਂਪੁਰਖ ਬਾਬਾ ਪ੍ਰੀਤਮ ਸਿੰਘ ਜੀ ਹੋਣੀ ਉਸ ਇਲਾਕੇ ਦੇ ਵਿੱਚ ਸੇਵਾ ਨਾਲ ਗੁਰਮਤਿ ਦੀਆਂ ਕਲਾਸਾਂ ਲੱਗਣੀਆਂ। ਅਸੀਂ ਦੇਖਿਆ ਵੀ ਇੱਕ ਪਿੰਡ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ, ਚਲੋ ਇਤਿਹਾਸਕ ਨਗਰੀ ਖਡੂਰ ਸਾਹਿਬ ਹੈ, ਉੱਥੇ ਕੋਈ 8 ਪਾਤਸ਼ਾਹੀਆਂ ਦੀ ਚਰਨ ਛੂਹ ਪ੍ਰਾਪਤ ਹੋਈ ਹੈ। 8 ਗੁਰਦੁਆਰਾ ਸਾਹਿਬ, ਕਈਆਂ ਪਿੰਡਾਂ ਦੇ 22 ਗੁਰਦੁਆਰਾ ਸਾਹਿਬ ਜਿਹੜੇ ਬਣੇ। ਉਸ ਤੋਂ ਬਾਅਦ ਦੇ ਵਿੱਚ ਸਾਡੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਗੁਰਮੁਖ ਗੁਰਸਿੱਖਾਂ ਦੇ ਨਾਲ ਸੰਪਰਕ ਹੋਇਆ ਭਾਈ। ਇਹ 2006 ਦੇ ਵਿੱਚ ਬੇਨਤੀ ਕੀਤੀ ਗਈ ਭਾਈ ਚਲੋ ਸੰਗਤ ਅੱਗੇ ਕੋਈ ਨਹੀਂ, ਗੁਰਦੁਆਰਾ ਸਾਹਿਬ ਬਣ ਗਏ, ਪਰ ਉਹਦੇ ਵਿੱਚ ਸਾਨੂੰ ਇੱਕ ਅਸੀਂ ਬਿਲਡਿੰਗ ਤਿਆਰ ਕਰਨੀ ਆ
ਜੇ ਇਤਿਹਾਸਕ ਸਥਾਨ ਆ ਠੀਕ ਹੈ, ਜਿਸ ਤਰ੍ਹਾਂ ਖਡੂਰ ਸਾਹਿਬ ਨਗਰ ਦਾ ਆਪਾਂ ਵਚਨ ਕਰ ਰਹੇ ਸੀ ਕਿਉਂਕਿ ਅੱਠਾਂ ਪਾਤਸ਼ਾਹੀਆਂ ਦੀ ਚਰਨ ਛੂਹ ਪ੍ਰਾਪਤ ਹੋਈ ਹੈ, ਉੱਥੇ 8 ਗੁਰਦੁਆਰਾ ਸਾਹਿਬ ਬਣ ਜਾਣੇ ਠੀਕ ਆ। ਪਰ ਨਾਲ ਸਾਨੂੰ ਬੈਕਗਰਾਉਂਡ ਪਬਲਿਕ ਜਨਤਾ ਦੇ ਆਧਾਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀ ਇਹ ਸਿਧਾਂਤ ਉਹਨਾਂ ਨੇ ਨਹੀਂ, ਕਿਉਂਕਿ ਮਾਤਲੋਕ ਆ, ਮਾਇਆ ਤੋਂ ਬਿਨਾਂ ਕੋਈ ਦੁਨੀਆ ਸੰਸਾਰ ਦਾ ਧੰਦਾ ਜਿਹੜਾ ਕਿਉਂਕਿ ਨਹੀਂ ਚੱਲਦਾ, ਭਾਵੇਂ ਅਸੀਂ ਧਾਰਮਿਕ ਹਾਂ ਜਾਂ ਅਸੀਂ ਪਬਲਿਕ ਦੇ ਵਿੱਚ ਜਿਹੜੇ ਕਿਉਂਕਿ ਵਿਚਰਨ ਵਾਲੇ ਭਗਤਾਂ ਤੇ ਸੰਸਾਰੀਆਂ, ਕਿਉਂਕਿ ਜਿੰਨਾ ਸਿਸਟਮ ਹੈ ਇਸ ਮਾਤਲੋਕ ਦੇ ਸਫ਼ਰ ਦੇ ਵਿੱਚ ਰਹਿ ਕੇ, ਕਿਉਂਕਿ ਇਹਨੂੰ ਮਾਤਲੋਕ ਇਸੇ ਵਾਸਤੇ ਕਿਹਾ ਗਿਆ। ਪਰ ਉਹਨਾਂ ਨਿਯਮਾਂ ਨੂੰ ਦੇਖਦਿਆਂ ਹਾਂ ਅਸੀਂ, ਕਿਉਂਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਬੇਨਤੀ ਕਰਨੀ ਪਾਈ, ਆਪਾਂ ਜਿੱਥੇ ਮਹਾਰਾਜ ਦੇ ਸਰੂਪ ਭੇਜਦੇ ਹਾਂ ਭਾਈ ਆਪਾਂ ਨੂੰ ਕਿਉਂਕਿ ਦੇਖਣਾ ਚਾਹੀਦਾ, ਉਹਦੀ ਸਕਰੀਨਿੰਗ ਕੁਝ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਪਿੰਡ ਦੀ ਪੰਚਾਇਤ ਮੁਖੀ ਹੁੰਦੀ ਆ, ਮਾੜਾ ਜਿਹਾ ਕੋਈ ਝਗੜਾ ਹੋ ਗਿਆ, ਇਹ ਤਾਂ ਚਲੋ ਮਨ ਕਰਕੇ ਚੱਲਦਾ ਹੀ ਹੈ ਸੰਸਾਰ ਦੇ ਵਿੱਚ, ਪਰ ਬਾਕੀ ਇਹ ਰਜੋ ਤੇ ਤਮੋ ਗੁਣੀ ਅਵਸਥਾ ਹੁੰਦੀ ਆ। ਇਹ ਜਿਹੜੀ ਸਾਨੂੰ ਅਵਸਥਾ ਚੌਥੀ ਭੂਮਿਕਾ ਮਿਲਣੀ ਆ, ਉਹ ਸਿਮਰਨ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ, ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ, ਇਹ ਸਤ ਸੰਗਤ ਦੇ ਵਿੱਚੋਂ ਸਾਨੂੰ ਜਿਹੜੀ ਇਹ ਚੀਜ਼ ਸੀ ਸਾਨੂੰ ਪ੍ਰਾਪਤ ਹੋਣੀ ਹੈ। ਇਸ ਵਾਸਤੇ ਨਾਲ ਅਸੀਂ ਫਿਰ ਇਹ ਜਾ ਕੇ 16 ਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਇਹ ਪਾਸ ਹੋਇਆ ਕਿ ਜਿਹੜੇ ਪਿੰਡ ਦੀ ਪੰਚਾਇਤ ਦਾ ਲਿਖਿਆ ਹੋਊਗਾ ਫਿਰ ਉੱਥੇ ਮਹਾਰਾਜ ਦਾ ਸਰੂਪ ਦਿੱਤਾ ਜਾਊਗਾ। ਇਹ ਬੜਾ ਵਧੀਆ ਉਪਰਾਲਾ, ਕਿਉਂਕਿ 1920 ਦੀ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਜੋ ਹੋਣ ਦੇ ਵਿੱਚ ਆਈ ਹੈ ਕੌਮ ਵਾਸਤੇ, ਪੰਥ ਵਾਸਤੇ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਵੀ ਸਾਡੀ ਸੋਚ ਸੌੜੀ ਆ, ਬਈ ਉਹ ਜਥੇਬੰਦੀ ਕੁਛ ਨਹੀਂ ਕਰਦੀ ਜਾਂ ਪ੍ਰਬੰਧਕ ਕਮੇਟੀ ਨਹੀਂ ਕੁਛ ਕਰਦੀ, ਕਰਦੇ ਸਭ ਕੁਝ ਆ, ਪਰ ਸਾਨੂੰ ਸੰਯੋਗ ਦੀ ਲੋੜ ਆ, ਸੰਯੋਗ ਦੇਣੀ ਚਾਹੀਦਾ, ਸਾਨੂੰ ਦੱਸਣਾ ਚਾਹੀਦਾ। ਤੁਹਾਡੇ ਮਿਸ਼ਨ ਵਿੱਚ ਕਿਹੜੀਆਂ ਤੁਸੀਂ ਲੈ ਕੇ ਚੱਲ ਰਹੇ ਹੋ, ਜਿਹੜਾ ਜ਼ਰੂਰਤ ਹੈ ਅੱਜ ਕੱਲ੍ਹ, ਜਿਹਦਾ ਵਾਤਾਵਰਨ ਨੂੰ ਬੜੀ ਗਿਰਾਵਟ ਆਈ ਹੈ, ਐਤਕੀ ਗਰਮੀ ਦਾ ਪ੍ਰਕੋਪ ਬਹੁਤ ਵੱਧ ਗਿਆ ਹੈ। ਹਾਂਜੀ ਸੰਗਤਾਂ ਜਿਹੜੀਆਂ ਉਹ ਬੱਚੇ, ਨੌਜਵਾਨ ਬੱਚੇ ਗੈਂਗਸਟਰ ਬਣਦੇ ਜਾ ਰਹੇ, ਨਸ਼ਿਆਂ ਵੱਲ ਧੱਕੇ ਜਾ ਰਹੇ, ਅਰਾਜਕਤਾ ਫੈਲੀ ਹੋਈ ਸਮਾਜ ਵਿੱਚ, ਇਸ ਤਰ੍ਹਾਂ ਦਾ ਮਿਸ਼ਨ ਤੁਹਾਡੇ ਸ਼ਾਮਲ ਹੈ? ਇਹ ਜੀ ਜਿਹੜਾ ਮਿਸ਼ਨ ਆ, ਅਸੀਂ ਤਾਂ ਹੁਣ ਥੋੜ੍ਹਾ ਜਿਹਾ ਵਿਸ਼ਾ 2002 ਤੋਂ ਲੈ ਕੇ ਤੁਹਾਨੂੰ ਮੁੱਢ ਤੋਂ ਥੋੜ੍ਹਾ ਜਿਹਾ ਬੇਨਤੀ ਕਰ ਰਹੇ ਸੀ, ਕਿਉਂਕਿ ਹਾਂ ਠੀਕ ਆ, ਉਹਦੇ ਵਿਸ਼ੇ ਦੇ ਮੁਤਾਬਕ ਜਿਹੜਾ ਸੀ, ਕਿਉਂਕਿ ਅਸੀਂ ਉਸ ਚੀਜ਼ ਨੂੰ ਫੈਲੋ ਕੀਤਾ, ਪਿੰਡਾਂ 'ਤੇ ਦੇਖਿਆ ਵੀ ਸਾਡੇ ਗੁਰਦੁਆਰਾ ਸਾਹਿਬ ਆ ਜਾਂ ਵੇਖੋ ਇੱਕ ਆਪਾਂ ਬਿਲਡਿੰਗ ਤਿਆਰ ਕਰਦੇ ਹਾਂ ਜਿਹਦਾ ਸਾਨੂੰ ਕੋਈ 50 ਲੱਖ ਰੁਪਈਆ ਕਮ ਸੋ ਕਮ ਲਾਉਣਾ ਪਊ। ਉੱਥੇ ਸਾਨੂੰ ਗ੍ਰੰਥੀ ਜਿਹੜਾ ਸੁਲਝਿਆ ਟਕਸਾਲੀ ਨਿਯਮਾਂ ਨੂੰ ਸਮਝਣ ਵਾਲਾ, ਉੱਥੇ ਗ੍ਰੰਥੀ ਸਿੰਘ ਰੱਖਾਂਗੇ। ਉਸ ਤੋਂ ਬਾਅਦ ਇਹਨਾਂ ਸੇਵਾਵਾਂ ਦੇ ਨਾਲ ਜਿਹੜਾ ਸਾਡਾ ਪ੍ਰਚਾਰ ਦਾ ਜਿਹੜਾ ਨਿਸਕਾਮ ਸੇਵਾ ਚੱਲਦੀਆਂ ਸੀ। ਇਸ ਤੋਂ ਬਾਅਦ ਇਹ ਜਥੇਬੰਦੀ ਸਾਨੂੰ ਕੁਝ ਗੁਰਮੁਖਾਂ ਨੇ ਸੁਲਝੇ, ਜਿਹੜੇ ਗੁਰਮੁਖ ਕਹਿੰਦੇ ਬਾਬਾ ਜੀ ਇਸ ਸੰਸਥਾ ਨੂੰ ਰਜਿਸਟਰਡ ਕਰਾਓ। ਪਹਿਲਾਂ ਸਾਨੂੰ ਫਿਰ 2012-13 ਦੇ ਵਿੱਚ 5 ਜ਼ਿਲ੍ਹੇ ਮਿਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਅਸੀਂ 16-17 ਦੇ ਵਿੱਚ ਦੁਬਾਰਾ ਫਿਰ ਸੰਸਥਾ ਜਿਹੜੀ ਸੀ ਇਹ ਚੰਡੀਗੜ੍ਹ ਤੋਂ ਨਾਲ ਸਾਰੀ ਪੂਰਾ ਆਲ ਪੰਜਾਬ, ਕਿਉਂਕਿ ਜਿਹੜਾ ਵੈਲਫੇਅਰ ਦਾ ਮਹਿਕਮਾ ਹੈ ਇਹ ਤਾਂ ਹੈ ਹੀ ਪੂਰਾ ਆਲ ਵਰਲਡ ਦੇ ਵਿੱਚ ਹੀ ਚੱਲ ਰਿਹਾ। ਇਸ ਕਰਕੇ ਨਾਲ ਜਿੰਨੀਆਂ ਸੇਵਾਵਾਂ ਸੀ ਅਸੀਂ ਫਿਰ ਡਾਕਟਰਾਂ ਦੀਆਂ ਜਿਹੜੀਆਂ ਟੀਮਾਂ ਸੀ ਨਾ, ਜਿਸ ਤਰ੍ਹਾਂ ਸਾਨੂੰ ਇਹ ਪਤਾ ਲੱਗਣ ਲੱਗਾ ਕਿਉਂਕਿ ਜੋ ਸਿਵਲ ਸਰਜਨ ਹੈਲਥ ਸੈਂਟਰ ਹੈ ਉਹਨਾਂ ਤੋਂ ਅਸੀਂ ਸਰਕਾਰੀ ਡਾਕਟਰਾਂ ਤੋਂ ਜਿਹੜੀ ਸਹੂਲਤ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਵਿੱਚੋਂ, ਕਿਉਂਕਿ ਟੀਮ ਪੂਰੀ ਪਹੁੰਚਦੀ ਸੀ, ਜਿਸ ਤਰ੍ਹਾਂ CMO ਹੋ ਗਿਆ, ਨਾਲ ਪਹੁੰਚ ਕੇ ਡਾਕਟਰ ਜਿਹੜੇ ਸੀ ਨਾਲ ਕਰਦੇ ਸੀ। ਕਿਉਂਕਿ ਜੋ ਸਾਡੇ ਅੱਜ ਕੱਲ੍ਹ ਨਸ਼ਾ ਸੀ, ਨਸ਼ੇ ਦੇ ਉੱਪਰ ਹੋਰ ਜਿਹੜੇ ਸਾਡੇ ਮੌਸਮ ਦੇ ਮੁਤਾਬਕ ਜਿਹੜੇ ਇਲਾਜ ਸੀ ਉਹਦੇ ਮੁਤਾਬਕ ਫਿਰ ਨਾਲ ਕੰਮ ਜਿਹੜੇ, ਕਿਉਂਕਿ ਕੋਈ ਵੀ ਕਾਰਜ ਆ ਸ਼ੌਂਕ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਸ਼ੌਂਕ ਦੇ ਨਾਲ ਬੈਕਗਰਾਉਂਡ ਮਾਇਆ ਦੀ ਵੀ ਲੋੜ। ਮਿਸ਼ਨ ਲੈ ਕੇ ਘਰੋਂ ਚੱਲੇ ਚ ਦਿੱਕਤਾਂ ਵੀ ਆਈਆਂ? ਹਾਂਜੀ ਬੜੀਆਂ ਜੀ ਦਿੱਕਤਾਂ, ਤੇ ਜਿਹੜੇ ਚੀਜ਼ ਦੇ ਵਿੱਚ ਹੁੰਦਾ ਹੀ ਆ, ਪਰ ਮਹਾਰਾਜ ਕਹਿੰਦੇ ਨਿਹਚੇ ਕਰ ਆਪਣੀ ਜੀਤ ਕਰੂੰ। ਇਹ ਜਿਹੜਾ ਨਿਹਚਾ ਇਨਸਾਨ ਦੇ ਵਿੱਚ ਆ। ਫਿਰ ਅਸੀਂ ਹਰਿਆਵਲ ਦਾ ਜਿਹੜਾ ਸੀਗਾ, ਇਹ ਜਿਸ ਤਰ੍ਹਾਂ ਸਾਡਾ ਵਣ ਭਾਗ ਹੈ, ਇਹ ਨਰਸਰੀਆਂ ਬਣੀਆਂ, ਉਹਨਾਂ ਦੇ ਵਿੱਚ ਸਾਡਾ ਲੈਟਰ ਪੈਡ ਇਸ ਤਰ੍ਹਾਂ ਛਪਾ ਕੇ ਛਪੇ ਹੋਈ ਜਥੇਬੰਦੀ ਵੱਲੋਂ ਫਿਰ ਉਹ ਸਾਨੂੰ ਹਰ ਸਾਲ ਜਿਸ ਤਰ੍ਹਾਂ ਜੁਲਾਈ ਤੇ ਅਗਸਤ ਦਾ ਮਹੀਨਾ ਅਸੀਂ ਫਿਰ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ, ਕਿਉਂਕਿ ਉਸ ਸਾਲ ਨਵੀਆਂ ਪਿੰਡਾਂ ਦੀਆਂ ਪੰਚਾਇਤਾਂ ਬਣੀਆਂ ਸੀ, ਸਾਨੂੰ ਪੰਚਾਇਤਾਂ ਨੇ ਬੜਾ ਸਹਿਯੋਗ ਦਿੱਤਾ ਪਿੰਡਾਂ ਦੇ ਵਿੱਚ। ਜ਼ਿਲ੍ਹਾ ਤਰਨਤਾਰਨ ਹੋ ਗਿਆ, ਕੁਝ ਅੰਮ੍ਰਿਤਸਰ ਸਾਹਿਬ ਦਾ ਏਰੀਆ ਹੋ ਗਿਆ, ਇੱਧਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੜਾ ਸਹਿਯੋਗ ਦਿੱਤਾ ਸੰਗਤ ਨੇ। ਜਿਵੇਂ ਗੁਰੂ ਨਾਨਕ ਸਾਹਿਬ ਦਾ ਸਾਥ ਭਾਈ ਬਾਲਾ ਮਰਦਾਨਾ ਮਿਲ ਰਿਹਾ, ਤੁਹਾਡੇ ਨਾਲ ਜਿਹੜੇ ਸਾਥੀ ਖੜੇ ਨੇ ਕਦੋਂ ਤੋਂ ਨਾਲ ਜੁੜੇ ਨੇ, ਇਕੱਠੇ ਤੁਰੇ ਸੀ ਜਾਂ ਇਹ ਬਾਅਦ ਚ ਨਾਲ ਆਏ? ਇਹ ਹਾਂਜੀ, ਇਹ ਬਾਅਦ ਦੇ ਵਿੱਚ ਇਸ ਤਰ੍ਹਾਂ ਕੋਈ ਫੌਜ ਚਲੇਗੀ ਜਾਂ ਅਸੀਂ ਜਿਹੜਾ ਅਸੀਂ ਕਈ ਵਾਰ ਅਸੀਂ 1.25 ਲੱਖ ਵੀ ਹੁੰਨੇ ਆ, ਅਸੀਂ ਦੇਖੋ ਥੋੜ੍ਹਾ ਮੋਟਰਸਾਈਕਲ ਵਾਲੇ ਬੰਨੇ ਘੁਮਾਓ, ਇਹ ਮੋਟਰਸਾਈਕਲ ਜਿਹੜੇ ਆ, ਕਿਉਂਕਿ ਇਹ ਹੁਣ ਸਾਡੇ ਕੋਲ ਕੋਈ 3-4 ਮੋਟਰਸਾਈਕਲ ਬਣੇ ਆ ਕਿ ਸਸਤੀ ਗੱਡੀ ਜਿਹੜੀ ਆ, ਸਾਡਾ ਕੱਲਾ ਜਿਹੜਾ ਪ੍ਰਚਾਰਕ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਾਊਗਾ, ਤੇ ਉਹਦੇ ਮੁਤਾਬਕ ਜਿਹੜਾ ਸੀਗਾ ਇਹ ਸੰਗਤ ਨੇ ਯੂਪੀ ਤੋਂ ਇਹ ਮੋਟਰਸਾਈਕਲ ਦਿੱਤਾ ਸੀਗਾ ਨਾਲ। ਯੂਪੀ ਦੇ ਏਰੀਆ 'ਚ ਪ੍ਰਚਾਰਕ ਦੇ ਕਿੰਨੇ ਮੈਂਬਰ ਤੁਹਾਡੇ ਜਥੇ ਵਿੱਚ ਕੰਮ ਕਰਦੇ ਆ ਇਸ ਵੇਲੇ? ਇਸ ਟਾਈਮ ਤੇ ਜਿਹੜੇ ਸਾਡੇ ਜਿਹੜੇ ਪ੍ਰਚਾਰਕ ਆ, ਜਿਸ ਤਰ੍ਹਾਂ ਹੁਣ ਸਿੰਘ ਪਿੰਡਾਂ ਦੇ ਵਿੱਚੋਂ ਨਾਲ ਜਿਸ ਤਰ੍ਹਾਂ ਟਕਸਾਲ ਦੇ ਵਿੱਚ ਪੜ੍ਹੇ ਸਿੰਘ ਜਿਹੜੇ ਆ, ਕਿਉਂਕਿ ਮੈਂ ਜਿਹੜਾ ਫੈਲੋ ਕਰਦਾ ਹਰ ਇੱਕ ਇਨਸਾਨ ਜਥੇਬੰਦੀ ਹਰ ਇੱਕ ਸਤਿਕਾਰਯੋਗ ਆ, ਕਿਉਂਕਿ ਦਾਸ ਨੂੰ ਬਚਪਨ ਤੋਂ ਲੈ ਕੇ ਟਕਸਾਲ ਦੇ ਵਿੱਚੋਂ ਜਿਹੜੇ ਟਕਸਾਲ ਦੇ ਸਾਡੇ ਪ੍ਰਚਾਰਕ ਹੈਗੇ ਆ, ਸਾਨੂੰ ਜਿੱਥੇ ਕੋਈ ਸਮਾਗਮ ਹੁੰਦਾ ਅਸੀਂ ਨਾਲ ਬੁਲਾ ਲੈਂਦੇ ਆ।
ਜਿੱਥੇ ਵੀ ਅਸੀਂ ਸਮਾਗਮ ਪ੍ਰੋਗਰਾਮ ਰੱਖਦੇ ਨਾਲ ਹੈ ਇਹਨਾਂ ਨਿਯਮਾਂ ਸੰਗਤਾਂ ਦੇ ਨੂੰ ਕੀ ਅਪੀਲ ਤੁਹਾਡੇ ਜੋਕੇ ਸਮੇਂ ਜਿਹੜਾ ਤਪਸ ਵੱਧ ਰਹੀ ਹੈ, ਆਲਮੀ ਤਪਸ ਵੱਧ ਰਹੀ ਹੈ, ਮੌਸਮ ਵਿੱਚ ਵਿਗਾੜ ਆ ਰਿਹਾ ਹੈ, ਬੂਟੇ ਸਾੜੇ ਜਾ ਰਹੇ ਨੇ, ਪੂਰਾ ਪੰਜਾਬ ਹੈ ਕਿ ਲੋਕਾਂ ਨੇ ਅੱਗ ਦੇ ਹਵਾਲੇ ਕਰਤਾ, ਕਿਸੇ ਨੇ ਸੀ ਨਹੀਂ ਕੀਤੀ, ਸਕੂਲਾਂ ਦੀਆਂ ਬੱਸਾਂ ਘੇਰੀਆਂ ਗਈਆਂ, ਬੱਚੇ ਜ਼ਖਮੀ ਹੋਏ, ਪੰਛੀਆਂ ਤੱਕ ਤੜਪ ਕੇ ਥੱਲੇ ਡਿੱਗੇ ਆ। ਹਾਂਜੀ ਹਾਂਜੀ ਕੀ ਸੰਦੇਸ਼ ਦਿੰਦੇ ਹੋ ਲੋਕਾਂ ਨੂੰ? ਇਹਦੇ ਵਿੱਚ ਜੀ ਜਿਹੜੀ ਇਹ ਮਾਨਵਤਾ ਤੇ ਭਲੇ ਵਾਸਤੇ ਜੋ ਕੁਛ ਹੈ, ਜਿਹੜੀ ਹਰਿਆਵਲਤਾ ਹੈ, ਇੱਕ ਇਨਸਾਨ ਦਾ ਪੱਖ ਹੈ। ਜਿਸ ਤਰ੍ਹਾਂ ਕਹਿੰਦੇ ਸਾਡੀ ਮੌਨਸੂਨ ਨਹੀਂ ਬਣਦੀ, ਤੁਸੀਂ ਜੰਗਲਾਂ ਦਾ ਏਰੀਆ ਦੇਖੋ, ਜੰਗਲਾਂ ਦੇ ਏਰੀਏ ਦੇ ਵਿੱਚ ਕਿਉਂਕਿ ਉਹ ਜਿਹੜੀ ਮੌਨਸੂਨ ਜ਼ਿਆਦਾ ਬਣ ਕੇ ਉੱਧਰ ਕੋਈ ਬਾਰਿਸ਼ ਕਿਉਂ ਜ਼ਿਆਦਾ ਹੋ ਰਹੀ ਹੈ। ਸਾਡੇ ਤਪਸ ਗੁਰੂ ਬਾਣੀ ਦਾ ਫਰਮਾਨ ਆਸਾ ਦੀ ਵਾਰ ਦੇ ਵਿੱਚ ਹੀ ਮਹਾਰਾਜ ਦੱਸਦੇ ਆ, ਜਿਹੜਾ ਸੂਰਜ ਆ ਤਪੇ ਤਪਾਇਆ। ਇਹ ਜਿਹੜਾ ਜੀਵ ਜਿੰਨੀ ਸਾਡੀ ਤਪਸ ਕਿਉਂਕਿ ਬ੍ਰਹਿਮੰਡ ਦੇ ਵਿੱਚ ਥੱਲੇ ਵੱਧ ਰਹੀ ਆ, ਜਾਂ ਜ਼ਿੰਦਗੀ ਕੋਈ ਕੰਪੀਟੀਸ਼ਨ ਸਮਝ ਲਓ ਸਿਮਰਨ ਤੋਂ ਗੁਰਬਾਣੀ ਤੋਂ ਦੂਰ ਹੋਣ ਦਾ ਕਾਰਨ ਕਰਕੇ ਵੀ ਇਹ ਨਾਲ ਜਿੰਨਾ ਵੀ ਸਾਡਾ ਜੋ ਕਿਉਂਕਿ ਜ਼ਿਆਦਾ ਗਰਮੀ ਭਾਵੇਂ ਅਸੀਂ ਧਾਰਮਿਕ ਆਧਾਰ ਦੇ ਵਿੱਚ ਆਪਣੇ ਆਪ ਨੂੰ ਫੈਲੋ ਕਰ ਰਹੇ ਹਾਂ ਜਾਂ ਪਬਲਿਕ ਜਨਤਾ ਦੇ ਆਧਾਰ ਦੇ ਵਿੱਚ ਐਜੂਕੇਸ਼ਨ ਦਾ ਵੀ ਸਿਸਟਮ ਹੋ ਸਕਦਾ ਹੈ। ਪਰ ਸਾਨੂੰ ਇੱਧਰ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਅਸੀਂ ਕੱਲ੍ਹ ਪਰਸੋਂ ਦੇ ਪਹੁੰਚੇ ਹਾਂ। ਇਹ ਗੁਰਮੁਖ ਕਿਹਨਾਂ ਦੀ ਆਪਣਾ ਸਰਬੱਤ ਸਿੰਘ, ਹਾਂ ਸਰਬੱਤ ਸਿੰਘ, ਫੁਲਵਾੜੀ ਵਾਤਾਵਰਨ ਸੇਵਾ, ਹਾਂਜੀ ਹਾਂਜੀ, ਇਹ ਫੁਲਵਾੜੀ ਜਿਹੜਾ ਵਾਤਾਵਰਨ ਗੋਪੀ ਰਾਮ ਸਾਰੀ ਸੇਵਾ, ਸਾਰੇ ਜਿਹੜੇ ਇਸੇ ਤਰ੍ਹਾਂ ਗੋਪੀ ਰਾਮ ਗੁਰੂ ਬਾਣੀ ਦਾ ਫਰਮਾਨ ਆ। ਦੇਖੋ ਇੱਥੇ ਇੱਕ ਵਿਸ਼ਾ ਕੋਈ ਯਾਦ ਆ ਰਿਹਾ ਗੁਰਬਾਣੀ ਦੇ ਪੱਖੋਂ, ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਬਾਲਾ ਤੇ ਭਾਈ ਮਰਦਾਨਾ ਉਸ ਟਾਈਮ ਦੇ ਉੱਪਰ ਰਹਿਮਤਾਂ ਬਖਸ਼ਾਂ ਹੋਈਆਂ, ਜਿੱਥੇ ਮਹਾਰਾਜ ਕਹਿੰਦੇ ਨਾਮ ਹਿੰਦੂ ਨਾ ਮੁਸਲਮਾਨ ਲੋਈ, ਅੱਲ੍ਹ ਰਾਮ ਕੇ ਪਿੰਡ ਪ੍ਰਾਣ, ਮੈਂ ਇਕੱਲਾ ਪਰਮੇਸ਼ਰ ਦਾ ਭੇਜਿਆ ਹੋਇਆ ਆਦਮੀ ਹੈ। ਇਹ ਦਮ ਦੇ ਨਾਲ ਚੱਲਣ ਵਾਲਾ ਇੱਕ ਆਦਮੀ ਹੈ। ਕਿਉਂਕਿ ਇੱਥੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦਸਵੇਂ ਜਾਮੇ ਦੇਵ ਜੀ ਦੱਸ ਰਹੇ ਆ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਇਸ ਵਾਸਤੇ ਸਾਡਾ ਜਿੰਨਾ ਵੀ ਸਿਧਾਂਤ ਆ, ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਭਲੇ ਵਾਸਤੇ ਜਿਹੜੀ ਸੇਵਾ ਕਰੀਏ। ਕਿਉਂਕਿ ਅਸੀਂ ਜਦੋਂ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਾਂਗੇ, ਉਹਦੇ ਨਿਯਮਾਂ ਦੇ ਮੁਤਾਬਕ ਹੁਣ ਕੁਦਰਤ ਨੇਕੀਆਂ, ਕੁਦਰਤ ਬਦੀਆਂ, ਇਨਸਾਨ ਕੁਦਰਤ ਦੇ ਵਿੱਚ ਹੀ ਨੇਕੀਆਂ ਕਰ ਰਿਹਾ, ਕੁਦਰਤ ਦੇ ਵਿੱਚ ਹੀ ਬਦੀਆਂ ਕਰ ਰਿਹਾ। ਪਰ ਇਹਨਾਂ ਗੁਰਮੁਖਾਂ ਨੇ ਜਿਹੜਾ ਮਿਸ਼ਨ ਆ ਹਰਿਆਵਲ ਦੇ ਉੱਪਰ ਬੜਾ ਚਲਾਇਆ, ਇਹਨਾਂ ਦੇ ਨਾਲ ਮਿਲਾਪ ਕੁਦਰਤ ਵੱਲੋਂ ਹੀ ਹੋਇਆ। ਹੁਣ ਇਹ ਜਿਹੜੇ ਆਪਾਂ ਤੁਹਾਡੇ ਸੰਗਤਾਂ ਦੇ ਦੂਰ ਦੂਰ ਤੱਕ ਦਰਸ਼ਨ ਕਰ ਰਹੇ ਹਾਂ, ਸਤਿਗੁਰੂ ਕਿਰਪਾ ਕਰਨ। ਸਾਡਾ ਜਿੰਨਾ ਵਿਸ਼ਾ ਹੈ ਕਿਉਂਕਿ ਗੁਰਬਾਣੀ ਦੇ ਮੁਤਾਬਕ ਨਾਲ ਧਾਰਮਿਕ ਲਾਇਬ੍ਰੇਰੀਆਂ ਖੋਲ੍ਹਣੀਆਂ, ਇਹ ਜਿਹੜੀ ਹਰਿਆਵਲਤਾ ਹੈ ਸਾਨੂੰ ਮੌਨਸੂਨ ਸ਼ੁੱਧ ਹਵਾ ਮਿਲੂਗੀ। ਅਤੇ ਉਸ ਤੋਂ ਬਾਅਦ ਸਾਡੇ ਵਿਚਾਰਾਂ ਨੂੰ ਬਦਲਣ ਵਾਸਤੇ ਅਸੀਂ ਲਾਇਬ੍ਰੇਰੀਆਂ ਦਾ ਗੁਰਮਤਿ ਪ੍ਰਚਾਰ ਦੇ ਨਾਲ ਇਹ ਲਾਇਬ੍ਰੇਰੀਆਂ ਦਾ ਵਿਸ਼ਾ ਜਿਹੜਾ ਕਿਉਂਕਿ ਪ੍ਰਾਰੰਭ ਕੀਤਾ ਹੈ 2007-08 ਤੋਂ ਲੈ ਕੇ ਜਿਹੜਾ ਸੀ ਪੱਕੇ ਤੌਰ ਦੇ ਉੱਪਰ ਨਾਲ ਇਹ ਲਾਇਬ੍ਰੇਰੀ ਵਾਸਤੇ ਬਾਬਾ ਤੁਸੀਂ ਬਚਨ ਕੀਤਾ ਦਾਸ ਨਾਲ ਵੀ ਇੱਥੇ ਅਸੀਂ ਗੁਰਦੁਆਰਾ ਬੋਰੀ ਸਾਹਿਬ ਤੁਹਾਨੂੰ ਦੱਸ ਦਈਏ ਕਿ ਜਲਦੀ ਕੋਸ਼ਿਸ਼ ਕਰਦੇ ਹਾਂ ਵਿੱਚ ਪੋਥੀਆਂ ਹੋਣਗੀਆਂ, ਸਰਲ ਅਰਥ ਹੋਣਗੇ, ਗੁਟਕਾ ਸਾਹਿਬ ਹੋਣਗੇ, ਜਿਹੜੇ ਬੱਚੇ ਚਾਹਣਗੇ ਉਹਨਾਂ ਨੂੰ ਗੁਰਮਤਿ ਦੀਆਂ ਜਾਣਕਾਰੀ ਵੀ ਦੇਵਾਂਗੇ। ਸੋ ਅੱਜ ਦਾ ਤੁਹਾਡਾ ਮਿਸ਼ਨ ਇਸ ਇਲਾਕੇ ਦਾ ਕਿਸ ਪਾਸੇ ਆ, ਔਰ ਜੇ ਤੁਸੀਂ ਕਿਹਾ ਕਿ ਲਾਇਬ੍ਰੇਰੀਆਂ ਵਾਸਤੇ ਕੋਈ ਕਿਤਾਬਾਂ ਜਾਂ ਹੈਲਪ ਕਰਦੇ ਜਿੱਥੇ ਖੋਲ੍ਹਦੇ ਕੋਈ? ਹਾਂਜੀ ਹਾਂਜੀ, ਇਹਦੇ ਵਿੱਚ ਸਾਡੇ ਕੋਲ ਨੇ ਜਿਸ ਤਰ੍ਹਾਂ ਇਹ ਦਾਨੀ ਸੱਜਣ ਆ, ਇਹ ਹਰ ਇੱਕ ਨੂੰ ਜਿਸ ਤਰ੍ਹਾਂ ਪਤਾ ਹੈ ਉਹ ਨਾਲ ਜਿਹੜੀਆਂ ਬੁੱਕਸਾਂ ਪ੍ਰੋਵਾਈਡ ਕਰ ਦਿੰਦੇ ਆ। ਜਿਸ ਤਰ੍ਹਾਂ ਤੁਹਾਨੂੰ ਅਸੀਂ ਦੱਸ ਰਹੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਸਾਨੂੰ ਪ੍ਰਕਾਸ਼ਨਾਮਾ ਕੋਈ 13 ਪ੍ਰਕਾਸ਼ਨਾਮਾ ਜਿਹੜਾ ਸੀ ਕਿ ਉਹ ਪ੍ਰਕਾਸ਼ਨਾਮਾ ਦੇ ਵਿੱਚ ਕੋਈ 16-17 ਹਜ਼ਾਰ ਦਾ ਇੱਕ ਲਿਟਰੇਚਰ ਹੁੰਦਾ, ਜਿਹਦੇ ਵਿੱਚ ਸਾਨੂੰ ਇਹਨਾਂ ਨੇ ਪ੍ਰੋਵਾਈਡ ਕੀਤੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਜੋ ਆਪਣੀ 1920 ਦੇ ਵਿੱਚ ਹੋਂਦ ਦੇ ਵਿੱਚ ਆਈ। ਹੋਰ ਜਿਸ ਤਰ੍ਹਾਂ ਦਿੱਲੀ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨਾਲੋਂ ਨਾਲ ਹੋ ਰਿਹਾ, ਬਾਕੀ ਪਬਲਿਕ ਜਨਤਾ ਦੇ ਵਿੱਚੋਂ ਇਹ ਜ਼ਿਆਦਾ ਹੋ ਰਿਹਾ। ਇਹਦੇ ਸਾਡੇ ਵਿੱਚ ਜਾਗ੍ਰਿਤੀ ਪੈਦਾ ਕਰਨ ਵਾਸਤੇ ਬਾਕੀ ਫੋਰਨ ਕੰਟਰੀਆਂ ਦੇ ਵਿੱਚ ਜਿਹੜੇ ਗੁਰਸਿੱਖ ਹੈ, ਕਿਉਂਕਿ ਅਸੀਂ ਕਿਸੇ ਨੂੰ ਸਾਡਾ ਜਿਹੜਾ ਮਿਸ਼ਨ ਆ ਕੋਈ ਆਮ ਗਰਾਈਆਂ ਕਰਨ ਦਾ ਨਹੀਂਗਾ ਜਿਹੜਾ ਵਿਸ਼ਾ ਸੀ। ਬਾਕੀ ਇਹਦਾ ਹੈੱਡ ਆਫਿਸ ਆ ਗੁਰਮੁਖ, ਤੁਸੀਂ ਤਾਂ ਸਾਨੂੰ ਪੁੱਛ ਰਹੇ ਸੀ ਵੀ ਅੱਜ ਕਿਹੜੇ ਤੁਸੀਂ ਵਿਸ਼ੇ ਦੇ ਉੱਪਰ ਆਏ ਜੇ। ਇੱਥੇ ਜਿੱਥੇ ਦਾ ਹੈੱਡ ਆਫਿਸ ਬਣਾਇਆ ਗਿਆ ਇਹ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ, ਉੱਥੇ ਚੱਕੀ ਲੱਗੀ ਸੀ। ਚੱਕੀ ਦੇ ਨਾਲ ਕਿਉਂਕਿ ਸੰਸਥਾ ਫਿਰ ਰਜਿਸਟਰਡ ਹੋ ਗਈ, ਜਿਸ ਤਰ੍ਹਾਂ 2012-13 ਤੋਂ ਲੈ ਕੇ 16-17 ਤੋਂ ਲੈ ਕੇ ਇਹ ਆਟਾ ਚੱਕੀ ਦੇ ਨਾਂ ਦੇ ਉੱਪਰ ਰਜਿਸਟਰਡ ਹੋ ਗਈ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਚੱਕੀਆਂ ਵਾਲੇ ਵੀਰ ਸੀਗੇ ਇਹਨਾਂ ਨੇ ਸੰਪਰਕ ਕਰਨਾ ਆਰੰਭ ਕੀਤਾ। ਦੱਸਦੇ ਕਿਉਂਕਿ ਆਪਣੇ ਦੇ ਪ੍ਰਧਾਨ ਸੀ ਇਹਦੇ ਮੈਨੇਜਮੈਂਟ ਦੇ ਜੋ ਨਾਲ, ਉਹ ਇਹਨਾਂ ਚੀਜ਼ਾਂ ਨੂੰ ਸਾਂਝੀ ਵਾਲਤਾਂ ਦੀਆਂ ਜਿੰਨੀਆਂ ਸੇਵਾਵਾਂ ਸੀ ਬੜਾ ਠੀਕ ਸਮਝਦੇ ਸੀ। ਉਸ ਤੋਂ ਬਾਅਦ ਦੇ ਵਿੱਚ ਜਿੰਨੀਆਂ ਸੇਵਾਵਾਂ ਸੀਗੀਆਂ ਫਿਰ ਇਹ ਕੋਈ ਇਲਾਕੇ ਦੇ ਵਿੱਚੋਂ ਪਹਿਲਾਂ ਕਿਉਂਕਿ ਪੱਟੀ ਤਹਿਸੀਲ ਦੇ ਵਿੱਚ ਇਹ ਲਾਗੇ ਪਿੰਡ ਆ ਪੈ ਜਾਂਦਾ, ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਇਹ ਆ ਜਾਂਦਾ, ਹਾਂਜੀ ਠੱਠੀਆਂ ਖੁਰਦ। ਕਿਉਂਕਿ ਇੱਥੋਂ ਫਿਰ ਨਾਲ ਅਸੀਂ ਜਿਵੇਂ ਗਾਂ ਦੀ ਗਾਂ ਸੰਗਤ ਨੂੰ ਪਤਾ ਲੱਗਾ ਇਹ ਸੰਪਰਕ ਹੁੰਦਾ ਗਿਆ। ਇਹ ਪੂਰੀ ਨਾਲ ਪੰਜਾਬ ਦੀ ਇੱਕ ਯੂਨੀਅਨ ਦੀ ਸੇਵਾ ਜਿਹੜੀ ਹੈ ਨਾਲ ਇਹ ਸੰਸਥਾ ਆਟਾ ਚੱਕੀ ਦੇ ਨਾਂ ਦੇ ਉੱਪਰ ਰਜਿਸਟਰਡ ਹੋਣ ਦਾ ਕਾਰਨ ਕਰਕੇ, ਕਿਉਂਕਿ ਨਾਲ ਜਿਹੜੀਆਂ ਸੇਵਾਵਾਂ ਹੈ ਕਿਉਂਕਿ ਨਾਲ ਇਹ ਸਾਰੀਆਂ ਸੇਵਾਵਾਂ ਕਿਉਂਕਿ ਜਥੇਬੰਦੀ ਨਾਲ ਨਿਭਾ ਰਹੀ ਹੈ, ਜਿਹਦੇ ਵਿੱਚੋਂ ਸਾਡੇ ਪਿੰਡਾਂ ਦੇ ਵਿੱਚ ਦੇਖੋ ਕੋਈ ਵੀ ਕਾਰਜ ਕਰਦੇ ਆ ਜਾਂ ਕੋਈ ਦੁਕਾਨ ਕਰਦਾ ਹੈ
ਅਸੀਂ ਜਿੰਨਾ ਚਿਰ ਇਕੱਠੇ ਨਹੀਂ ਹੋਵਾਂਗੇ, ਸਾਡੇ 'ਚ ਏਕਤਾ ਭਾਈਵਾਲਤਾ ਦੀ ਜਿੰਨਾ ਚਿਰ ਸਾਡੇ ਵਿੱਚ, ਕਿਉਂਕਿ ਕਿਰਤ ਕਰਨੀ ਹਰ ਇੱਕ ਨੇ। ਜੇ ਆਪਾਂ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਕਿਰਤ ਕਰ ਰਹੇ ਹਾਂ, ਪੰਜਾਬ ਤੋਂ ਬਾਹਰ ਦਾ ਸੂਬਾ ਭਾਰਤ ਹੈ ਪੂਰੇ 'ਚ ਕਰ ਰਹੇ ਹਾਂ, ਵਿਸ਼ਵ ਦੇ ਵਿੱਚ ਜਾ ਕੇ ਆਪਾਂ ਕਿਰਤ ਕਰ ਰਹੇ ਹਾਂ, ਕੈਨੇਡਾ ਅਮਰੀਕਾ ਦੇ ਵਿੱਚ ਪਹੁੰਚ ਰਹੇ ਹਾਂ, ਹੈ ਤਾਂ ਕਿਰਤ ਵਾਸਤੇ ਆਪਾਂ ਪਹੁੰਚੇ ਹਾਂ। ਇਸ ਵਾਸਤੇ ਇਸ ਚੀਜ਼ ਨੂੰ, ਇਸ ਮਿਸ਼ਨ ਨੂੰ ਦੇਖਦਿਆਂ ਹੋਇਆਂ ਅਸੀਂ ਕੋਈ ਪਿੰਡਾਂ ਦੇ ਜੇ ਕੰਪੀਟੀਸ਼ਨ, ਕੋਈ ਬੰਦਿਆਂ ਦੇ ਇੱਕ ਥਾਂ 'ਤੇ ਉੱਪਰ ਨੁਕਸਾਨ ਹੋਇਆ ਜਲੰਧਰ ਦਾ ਏਰੀਏ ਦੇ ਵਿੱਚ, ਇਹ ਕਿਉਂਕਿ ਇਹਦੇ ਵਿੱਚ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਅਸੀਂ ਜਿਹੜਾ ਸੀ ਨਾਲ ਇਹ ਵੀ ਜਿਹੜਾ ਵਿਸ਼ਾ ਸੀਗਾ ਇਹਨੂੰ ਨਾਲ ਅਸੀਂ ਮਤਲਬ ਪ੍ਰਯੋਜਿਤ ਕਰਨਾ ਕੀਤਾ। ਇਸ ਵਾਸਤੇ ਜਿੰਨੀਆਂ ਸੇਵਾਵਾਂ ਹੈ, ਕਿਉਂਕਿ ਜੋ ਇਸ ਭਵਜਲ ਸੰਸਾਰ ਦੇ ਸਫ਼ਰ ਦੇ ਵਿੱਚ ਏਕਤਾ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਇਹਨਾਂ ਗੁਰਮੁਖਾਂ ਨੇ ਨਾਮ ਦੱਸਿਆ ਵੀ ਸਰਬੱਤ ਸਿੰਘ ਹੈ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੇਖੋ ਇਹਨਾਂ ਨੇ ਇੱਕ ਵਿਸ਼ੇ ਦੇ ਉੱਪਰ ਜਿਹੜਾ ਵਿਸ਼ਾ ਚੁਣਿਆ, ਅਸੀਂ ਰਿਆਵਲ, ਅਤੇ ਜਿਹੜੀ ਰਿਆਵਲ ਹੈ ਕਿਉਂਕਿ ਜਿਹੜੇ ਰੁੱਖ ਹੈ ਇਹ ਸਾਡੇ ਸੱਜਣ ਮਿੱਤਰ, ਸਾਡੇ ਮੌਨਸੂਨ ਵਾਤਾਵਰਨ ਨੂੰ, ਜਿੱਥੇ A ਵਿਟਾਮਿਨ, B ਵਿਟਾਮਿਨ, C ਵਿਟਾਮਿਨ ਜਿਹੜੇ ਸਾਨੂੰ, ਕਿਉਂਕਿ ਸਾਇੰਸ ਵਿਗਿਆਨਕ ਦੀ ਗੱਲ ਕਰਾਂ ਉਹਦੇ ਮੁਤਾਬਕ ਸਾਨੂੰ ਸਾਰੇ ਜਿਹੜੇ ਪ੍ਰੋਵਾਈਡ ਕਰ ਰਹੇ ਆ। ਇਸ ਵਾਸਤੇ ਬਹੁਤ ਬਹੁਤ ਧੰਨਵਾਦ ਹੈ। ਗੱਲਬਾਤ ਕਾਫੀ ਲੰਬੀ ਚੁੱਕੀ, ਫੇਰ ਵੀ ਤੁਸੀਂ ਆਉਂਦੇ ਰਹਿਣਾ, ਆਪਾਂ ਗੱਲਬਾਤ ਕਰਦੇ ਰਹਾਂਗੇ। ਚੰਗੇ ਚੰਗੇ ਵਿਸ਼ੇ ਤੇ ਲੋਕਾਂ ਨੂੰ, ਸੰਗਤ ਨੂੰ ਜਿਹੜੀ ਪ੍ਰੇਰਨਾ ਮਿਲਦੀ ਰਹੇਗੀ। ਸੋ ਤੁਹਾਡਾ ਇੱਕ ਵਾਰੀ ਫੇਰ ਸਾਡੇ ਇਸ ਗੁਰੂ ਛੇਵੇਂ ਪਾਤਸ਼ਾਹ ਧਰਤੀ ਤੇ ਆਉਣ ਦੇ ਸੰਗਤ ਵੱਲੋਂ ਸਵਾਗਤ ਹੈ। ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਸੇਵਾਦਾਰ ਅੱਗੇ ਆਉਣ ਜਿਹੜੇ ਕੌਮ ਨੂੰ, ਵਾਤਾਵਰਨ ਨੂੰ, ਲੋਕਾਂ ਨੂੰ ਚੰਗੀ ਸੇਧ ਦੇ ਸਕਣ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਸਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਸੁਸਾਇਟੀ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁਫਤ ਜਿਹੜੇ ਸਿਹਤ ਜਾਂਚ ਕੈਂਪ ਲਗਾਏ ਨੇ ਔਰ ਕਾਫੀ ਗਤੀਵਿਧੀਆਂ ਨੇ। ਸੋ ਬੜੀ ਚੰਗੀ ਗੱਲ ਹੈ। ਮੇਰਾ ਤੇ ਹਮੇਸ਼ਾ ਹੀ ਇਹੀ ਗੱਲ ਕਰੀਦੀ ਕਿ ਜੇ ਆਪਾਂ ਸੰਸਾਰ ਤੇ ਆਏ ਆ, ਕੋਈ ਨਾ ਕੋਈ, ਜ਼ਰੂਰੀ ਨਹੀਂ ਕਿ ਜੱਫੇ ਮਾਰਨੇ ਆ, ਕੋਈ ਨਾ ਕੋਈ ਚੰਗਾ ਕੰਮ ਜਿਹੜਾ ਸਾਨੂੰ ਉਹ ਜ਼ਰੂਰ ਕਰਨਾ ਚਾਹੀਦਾ। ਪਰਮਾਤਮਾ ਨੇ ਸਾਨੂੰ ਇੱਕ ਮਨੁੱਖੀ ਜੀਵ ਨੂੰ ਇਸੇ ਕਰਕੇ ਪੈਦਾ ਕੀਤਾ ਕਿ 84 ਲੱਖ ਜੂਨਾਂ ਦਾ ਡਿਫਰੈਂਸ ਤਾਂ ਹੀ ਰੱਖਿਆ ਕਿ ਮਨੁੱਖ ਜਿਹੜਾ ਉਹ ਸਾਰੀ ਜਿਹੜੀ ਹੈਗੀ ਆ ਜੀਵ ਨੇ ਉਹਨਾਂ ਦਾ ਕੰਟਰੋਲ ਕਰੇਗਾ, ਅਤੇ ਕੰਟਰੋਲ ਕਰਨ ਵਾਲਾ ਹੀ ਬੇਕਾਬੂ ਹੋਇਆ ਫਿਰਦਾ ਹੈ। ਕਿਤੇ ਅੱਗਾਂ ਲਾਈ ਜਾਂਦਾ ਹੈ, ਕਿਤੇ ਧਰਤੀ ਦਾ ਪਾਣੀ ਮੁਕਾਈ ਜਾਂਦਾ ਹੈ, ਮਨ ਮਰਜ਼ੀ ਨਾਲ ਸਾਰੇ ਕੰਮ ਕਰ ਰਿਹਾ। ਸੋ ਪ੍ਰਮਾਤਮਾ ਦੀ ਜਿਹੜੀ ਕੁਦਰਤ ਹੈ, ਕੁਦਰਤ ਦੀ ਕਾਇਨਾਤ ਨੂੰ ਜਦੋਂ ਆਪਾਂ ਚੈਲੰਜ ਕਰਾਂਗੇ ਤਾਂ ਫਿਰ ਤਾਂ ਉਹਦੇ ਵਿੱਚ ਵਿਗਾੜ ਪੈਦਾ ਹੋਵੇਗਾ। ਜਦੋਂ ਵਿਗਾੜ ਪੈਦਾ ਹੋਵੇਗਾ ਤਾਂ ਫਿਰ ਸਾਡਾ ਨੁਕਸਾਨ ਵੀ ਹੋਵੇਗਾ। ਸੋ ਬੜਾ ਚੰਗਾ ਉਪਰਾਲਾ ਹੈ ਸੰਸਥਾ ਦਾ। ਬਾਬਾ ਜੀ ਜਿਹੜੇ ਚੱਲੇ ਨੇ, ਸਿੱਧੇ ਭਾਈ ਛੋਟੀ ਜਿਹੀ ਗੱਲ ਕਰਨੀ ਚਾਹੁੰਦੀ ਕਿ ਬੜਾ ਚੰਗੀ ਗੱਲ ਲੱਗੀ ਕਿ 2 ਸਿੰਘ ਮੋਟਰਸਾਈਕਲ ਲੈ ਕੇ ਪਿੰਡ ਪਿੰਡ ਜਾ ਕੇ ਵਾਤਾਵਰਨ ਦਾ, ਸਿਹਤ ਦਾ ਪ੍ਰਚਾਰ ਕਰ ਰਹੇ। ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਜੇ ਹਰ ਬੰਦਾ, ਹਰ ਪੰਜਾਬ ਦਾ ਨਾਗਰਿਕ ਜੇ ਇਹ ਚੀਜ਼ ਕਰਨ ਲੱਗ ਪਏ ਤੇ ਮੈਂ ਤੇ ਇਹ ਕਹਿੰਦਾ ਵੀ ਮਤਲਬ ਬਹੁਤ ਜ਼ਿਆਦਾ ਪੰਜਾਬ ਦਾ ਵਾਤਾਵਰਨ ਹੋ ਜਾਏਗਾ। ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਬਹੁਤ ਵਧੀਆ ਲੱਗ ਰਿਹਾ ਮੈਨੂੰ। ਤੇ ਮੈਂ ਤੇ ਦੇਖ ਕੇ ਰੁਕ ਗਿਆ, ਮੈਂ ਕਿਹਾ ਵੀ ਸਿੰਘ ਖੜੇ ਨੇ, ਚਲੋ ਮਿਲ ਕੇ ਜਾਂਦੇ ਹਾਂ। ਅਸੀਂ ਸੁਭਾਵ ਕੇ ਮਿਲਣੀ ਹੋਈ ਸੀ, ਦੱਸਿਆ ਉਹਨਾਂ ਨੇ ਆਪਣੇ ਬਾਰੇ। ਮੈਂ ਕਿਹਾ ਕੈਮਰਾ ਖੋਲ ਲਿਆ ਥੋੜ੍ਹਾ ਜਿਹਾ। ਨਹੀਂ, ਬਹੁਤ ਵਧੀਆ, ਲੋਕੀ ਵੀ ਲੈ ਕੇ ਜਾਂਦੇ ਆ। ਬਹੁਤ ਵਧੀਆ, ਬਹੁਤ ਵਧੀਆ ਜੀ। ਪ੍ਰਚਾਰ ਚਾਹੀਦਾ, ਇਹ ਪ੍ਰਚਾਰ ਬਹੁਤ ਜ਼ਰੂਰੀ ਹੈ। ਸਾਡੇ ਗੁਰਸਿੱਖੀ ਵਿੱਚ ਬਹੁਤ ਘਾਟ ਹੈ ਇਸ ਚੀਜ਼ ਦੀ, ਪੰਜਾਬ ਵਿੱਚ ਬਹੁਤ ਘਾਟ ਹੈ ਵਾਤਾਵਰਨ ਦੀ, ਖਾਸ ਕਰਕੇ ਪ੍ਰਚਾਰ ਕਰਨ ਦੀ। ਵਾਤਾਵਰਨ ਹਰ ਪੰਜਾਬੀ ਆਪਣਾ ਸਾਂਭੇ ਅਤੇ ਹਰ ਵਿਰਸਾ ਸਾਂਭੇ ਤੇ ਬਹੁਤ ਵਧੀਆ ਹੋਏਗਾ, ਅਤੇ ਪੰਜਾਬ ਦਾ ਕੁਛ ਨਾ ਕੁਛ ਚੇਂਜ ਹੋ ਜਾਏਗਾ। ਟੌਪਿਕ ਦਾ ਨਹੀਂ ਪਤਾ। ਟੰਡ ਸਾਹਿਬ, 2 ਸਿੰਘ ਆਪਾਂ ਨੂੰ ਸੁਭਾਵ ਕੇ ਮਿਲੇ ਨੇ। ਆਪਾਂ ਆਪਣੀ ਸੇਵਾ ਕਰਦੇ ਸੀ, ਆਪਣੇ ਮਿਸ਼ਨ ਤੇ ਜਾ ਰਹੇ ਸੀ। ਗੱਲ ਉਹਨਾਂ ਦੇ ਵੀ ਸਾਡੇ ਨਾਲ ਦੀ ਸਾਂਝੀ ਹੈ। ਅਸੀਂ ਵੀ ਵਾਤਾਵਰਨ ਦੇ ਕੰਮ ਕਰਦੇ, ਉਹ ਵੀ ਮਾਨਵਤਾ ਦੀ ਭਲਾਈ ਲਈ ਘਰੋਂ ਨਿਕਲੇ ਨੇ। 2 ਸਿੰਘ ਬਾਬੇ ਨਾਨਕ ਦੇ ਨਾਲ, ਜਿੱਦਾਂ ਭਾਈ ਬਾਲਾ ਮਰਦਾਨਾ ਸੀ, ਇਹਨਾਂ ਨਾਲ ਵੀ ਕਾਫੀ ਸਿੰਘ ਜੁੜੇ ਹੋਏ ਨੇ। ਬਾਬੇ ਰੋਕੀ ਮਾੜਾ ਜਿਹਾ। ਸੋ ਤੁਹਾਨੂੰ ਕਿਵੇਂ ਚੰਗਾ ਲੱਗਾ? ਛੋਟੀ ਜਿਹੀ ਗੱਲ ਕਰ। ਮੈਨੂੰ ਬਹੁਤ ਚੰਗਾ ਲੱਗਾ। ਪਹਿਲੀ ਗੱਲ ਤੇ ਸਾਨੂੰ ਦੇਖ ਕੇ ਰੁਕੇ, ਰਸਤਾ ਪੁੱਛਿਆ ਇਹਨਾਂ ਨੇ। ਰਸਤਾ ਦੱਸਦੇ ਸਾਡੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਾਡੇ ਕੋਲ ਖਲੋ ਗਏ। ਸਾਨੂੰ ਪੁੱਛਣ ਲੱਗੇ ਕਿ ਸੇਵਾ ਤੁਹਾਡੀ ਕਿਸ ਤਰ੍ਹਾਂ ਚੱਲਦੀ ਹੈ। ਅਸੀਂ ਵੀ ਆਹ ਸੇਵਾ ਨਿਭਾ ਰਹੇ ਹਾਂ। ਸਾਡਾ ਵੀ ਦਿਲ ਖੁਸ਼ ਹੋਇਆ ਕਿ ਬਹੁਤ ਵਧੀਆ ਤੁਸੀਂ ਸਿੱਖੀ ਦਾ ਪ੍ਰਚਾਰ ਕਰਦੇ ਪਏ ਹੋ, ਪਿੰਡ ਪਿੰਡ ਜਾ ਕੇ, ਔਰ ਆਪਣਾ ਸਮਾਂ ਗਵਾ ਕੇ, ਬਾਲ ਬੱਚੇ ਛੱਡ ਕੇ ਤੁਸੀਂ ਪਿੰਡਾਂ ਦੇ ਵਿੱਚ ਗੁਰੂ ਸਾਹਿਬ ਨਾਲ ਜੋੜਦੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਪਏ ਹੋ। ਬਹੁਤ ਸ਼ਲਾਘਾਯੋਗ ਕਦਮ ਕਰਦੇ ਪਏ ਹੋ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ। ਸੋ ਉਹਨਾਂ ਨੂੰ ਕਾਲੀ ਮੈਂ ਤੋਰ ਲਵਾਂ। ਭਾਈ ਖਾਲਸਾ ਫਤਿਹ ਜੀ। ਬਾਬਾ ਜੀ ਬਹੁਤ ਚੜ੍ਹਦੀ ਕਲਾ ਜੀ। ਚਲੋ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਦੋਸਤੋ, ਇਹੋ ਜਿਹੇ ਕੰਮ ਕਰਨ ਦੀ ਲੋੜ ਹੈ। ਮੈਂ ਅੱਗੇ ਵੀ ਗੱਲ ਕੀਤੀ, ਜੇ ਬੰਦਾ ਸੰਸਾਰ 'ਤੇ ਆਇਆ ਤਾਂ ਕੋਈ ਨਾ ਕੋਈ ਚੰਗਾ ਕੰਮ, ਕੋਈ ਇੱਕ ਚੰਗਾ ਕੰਮ, ਮੈਂ ਕਹਿਣਾ ਕਿ ਜੱਫੇ ਨਹੀਂ ਮਾਰਨੇ,
ਕੋਈ ਇੱਕ ਚੰਗਾ ਕੰਮ ਆਪਾਂ ਚੁਣ ਲਈਏ ਤਾਂ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਸੋ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।